ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। ਸਤਿਗੁਰ ਦਾਤਾ ਜੀ ਕਾ ਸਬਸੇ ਦੇ ਆਧਾਰ। ਸਤਿਗੁਰ ਬਚਨ ਕਮਾਵਣੇ, ਸੱਚਾ ਏ ਵਿਚਾਰ। ਬਿਨ ਸਾਧੂ ਸੰਗਤ ਰਤਿਆ, ਮਾਇਆ ਮੋਹ ਸਭ ਸਾਰ। ਮੇਰੇ ਸਾਜਨ ਹਰ ਹਰ ਨਾਮ ਸਮਾਲ। ਸਾਧੂ ਸੰਗਤ ਮਨ ਵਸੈ, ਪੂਰਨ ਹੋਵੇ ਕਾਲ ਰਹਾਉ। ਗੁਰ ਸਮਰੱਥ ਅਪਾਰ ਗੁਰੂ, ਵੱਡ ਭਾਗੀ ਦਰਸ਼ਨ ਹੋਏ। ਗੁਰੂ ਅਗੋਚਰ ਨਿਰਮਲਾ, ਗੁਰ ਜੇ ਵਡੇ ਅਵਰ ਨ ਕੋਇ। ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ। ਗੁਰ ਤੇ ਬਾਰ ਕੁਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨਹਾਰ। ਗੁਰ ਦਾਤਾ ਹਰ ਨਾਮ ਦੇ, ਉਧਰੇ ਸਭ ਸੰਸਾਰ। ਗੁਰ ਸਮਰੱਥ ਗੁਰੂ ਨਿਰੰਕਾਰ, ਗੁਰ ਉੱਚਾ ਅਗਮ ਅਪਾਰ। ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੇ ਕਥਨਹਾਰ। ਜਿਤੜੇ ਫਲ ਮੈਂ ਬਾਛੀਏ, ਤਿਤੜੇ ਸਤਿਗੁਰ ਪਾਸ। ਪੂਰਬ ਲਿਖੇ ਪਾਵਨੇ, ਸਚ ਨਾਮ ਦੇ ਰਾਸ। ਸਤਿਗੁਰ ਸਰਣੀ ਆਇਆ, ਬੋਹੜ ਨਹੀਂ ਬਿਨਾਸ। ਹਰ ਨਾਨਕ ਕਦੇ ਨ ਵਿਸਰਿਓ, ਇਹ ਜਿਉ ਪਿੰਡ ਤੇਰਾ ਸਾਸ। ਸਤਿਗੁਰ ਸਰਣੀ ਆਇਆ, ਬੋਹੜ ਨਾਹੀ ਬਿਨਾਸ। ਹਰ ਨਾਨਕ ਕਦੇ ਨ ਵਿਸਰਿਓ, ਇਹ ਜਿਉ ਪਿੰਡ ਤੇਰਾ ਸਾਸ। ਗੁਰੂ ਜੀ ਕਹਿੰਦੇ ਹਨ ਕਿ ਗੁਰੂ ਪਰਮਾਤਮਾ ਦਾ ਰੂਪ ਹੈ। ਗੁਰੂ ਵਾਸਤੇ ਮਨ ਵਿੱਚ, ਹਿਰਦੇ ਵਿੱਚ ਪਿਆਰ ਵਿੱਚ ਲੀਨ ਕਰਕੇ ਗੁਰੂ ਪਰਮੇਸ਼ਰ ਦੀ ਅਰਾਧਨਾ ਕਰਨੀ ਚਾਹੀਦੀ ਹੈ। ਸਤਿਗੁਰੂ ਪਰਮਾਤਮਾ ਜੀਵਨ ਦੇਣ ਵਾਲਾ ਹੈ ਅਤੇ ਸਾਰਿਆਂ ਨੂੰ ਆਧਾਰ ਬਖਸ਼ਣ ਵਾਲਾ ਹੈ। ਗੁਰੂ ਦੇ ਸ਼ਬਦ ਨੂੰ ਕਮਾਉਣਾ ਇਹੀ ਸੱਚਾ ਵਿਚਾਰ ਹੈ। ਗੁਰੂ ਦੀ ਸੰਗਤ ਵਿੱਚ ਪਿਆਰ ਪਾਉਣ ਤੋਂ ਬਿਨਾਂ ਇਹ ਮਾਇਆ ਦਾ ਮੋਹ ਸਾਰੇ ਦਾ ਸਾਰਾ ਵਿਅਰਥ ਅਤੇ ਸਵਾਹ ਦੇ ਸਮਾਨ ਹੈ। ਹੇ ਮੇਰੇ ਮਿੱਤਰ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਨੂੰ ਯਾਦ ਕਰ। ਗੁਰੂ ਦੀ ਸੰਗਤ ਵਿੱਚ ਰਿਹਾ ਪਰਮਾਤਮਾ ਦਾ ਨਾਮ ਮਨ ਵਿੱਚ ਵਸਦਾ ਹੈ ਅਤੇ ਜਗਿਆਸੂ ਦੀ ਸਾਧਨਾ ਪੂਰੀ ਹੋ ਜਾਂਦੀ ਹੈ ਅਤੇ ਗੁਰੂ ਹਰ ਪੱਖੋਂ ਸਮਰੱਥ ਹੈ, ਅਪਾਰ ਹੈ ਅਤੇ ਵੱਡਿਆਂ ਭਾਗਾਂ ਨਾਲ ਉਸ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ। ਸਤਿਗੁਰ ਪਰਮਾਤਮਾ ਇੰਦਰੀਆਂ ਤੋਂ ਪਰੇ ਅਤੇ ਨਿਰਮਲ ਸਰੂਪ ਵਾਲਾ ਹੈ ਅਤੇ ਗੁਰੂ ਦੇ ਸਮਾਨ ਹੋਰ ਕੋਈ ਵੱਡਾ ਨਹੀਂ ਹੈ। ਗੁਰੂ ਕਰਤਾਰ ਦਾ ਰੂਪ ਹੈ। ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਨਾਲ ਸੱਚੀ ਸ਼ੋਭਾ ਮਿਲਦੀ ਹੈ। ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ। ਭਾਵ ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ
ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ। ਗੁਰੂ ਹੀ ਵਾਸਤਵਿਕਾ ਤੀਰਥ ਹੈ, ਗੁਰੂ ਹੀ ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਮਨੋਕਾਮਨਾ ਪੂਰੀਆਂ ਕਰਨ ਵਾਲਾ ਪਾਰਜਾਤ ਬ੍ਰਿਛ ਹੈ। ਗੁਰੂ ਜਗਿਆਸੂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਗੁਰੂ ਹੀ ਉਹ ਦਾਤਾ ਹੈ ਜੋ ਪਰਮਾਤਮਾ ਦਾ ਨਾਮ ਪ੍ਰਦਾਨ ਕਰਦਾ ਹੈ, ਜਿਸ ਦੀ ਬਰਕਤ ਨਾਲ ਸਾਰਾ ਸੰਸਾਰ ਵਿਕਾਰਾਂ ਤੋਂ ਬਚ ਜਾਂਦਾ ਹੈ। ਗੁਰੂ ਸਰਬ ਕਲਾ ਸਮਰੱਥ ਹੈ, ਗੁਰੂ ਨਿਰੰਕਾਰ ਸਰੂਪ ਹੈ। ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ। ਗੁਰੂ ਬਹੁਤ ਉੱਚਾ, ਅਪਾਰ ਅਤੇ ਅਗੰਮ ਹੈ। ਗੁਰੂ ਦੀ ਵਡਿਆਈ ਤੱਕ ਲਫ਼ਜ਼ਾਂ ਦੀ ਰਾਹੀਂ ਪਹੁੰਚਿਆ ਨਹੀਂ ਜਾ ਸਕਦਾ। ਕੋਈ ਵੀ ਸਿਆਣੇ ਤੋਂ ਸਿਆਣਾ ਬਿਆਨ ਕਰਨ ਵਾਲਾ ਮਨੁੱਖ ਬਿਆਨ ਨਹੀਂ ਕਰ ਸਕਦਾ। ਜਿਤਨੇ ਵੀ ਪਦਾਰਥਾਂ ਦੀ ਮਨ ਵਿੱਚ ਇੱਛਾ ਧਾਰੀਏ, ਉਹ ਸਾਰੇ ਹੀ ਗੁਰੂ ਦੇ ਪਾਸ ਉਪਲਬਧ ਹਨ। ਪਹਿਲੇ ਜਨਮ ਵਿੱਚ ਕੀਤੀ ਕਮਾਈ ਦੇ ਲਿਖੇ ਅਨੁਸਾਰ ਗੁਰੂ ਦੀ ਸ਼ਰਨ ਪਿਆ ਮਿਲ ਜਾਂਦੇ ਹਨ। ਗੁਰੂ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦਿੰਦਾ ਹੈ। ਜੇ ਅਸੀਂ ਗੁਰੂ ਦੀ ਸਰਨੀ ਆ ਪਈਏ ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ, ਭਾਵ ਫਿਰ ਵਿਨਾਸ਼ ਨੂੰ ਪ੍ਰਾਪਤ ਨਹੀਂ ਹੋਈਦਾ। ਗੁਰੂ ਜੀ ਆਖਦੇ ਹਨ ਕਿ ਗੁਰੂ ਦੀ ਸ਼ਰਨ ਪੈ ਕੇ ਮੈਂ ਤੈਨੂੰ ਕਦੇ ਨਾ ਭੁਲਾਵਾਂ। ਮੇਰੀ ਇਹ ਜਿੰਦ, ਮੇਰਾ ਇਹ ਸਰੀਰ ਤੇ ਸਰੀਰ ਵਿੱਚ ਆਉਂਦਾ ਇਹ ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਬਗੈਰ ਸਤਿਗੁਰ ਦੇ ਮਨੁੱਖ ਮਾਇਆ ਤੋਂ ਛੁਟਕਾਰਾ ਨਹੀਂ ਪਾ ਸਕਦਾ, ਭਾਵ ਭਗਤੀ ਨਹੀਂ ਕਰ ਸਕਦਾ। ਬਿਨ ਸਾਧੂ ਸੰਗਤ ਰਤਿਆ, ਮਾਇਆ ਮੋਹ ਸਭ ਛਾਰ। ਪਰਮੇਸ਼ਰ ਨੂੰ ਮਿਲਣ ਵਾਸਤੇ ਗੁਰੂ ਦੀ ਲੋੜ ਅਵਸ਼ ਹੈ। ਇਸ ਕਰਕੇ ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ, ਭਾਵ ਗੁਰੂ ਨਾਲ ਮਨ ਤਨ ਨਾਲ ਪਿਆਰ ਕਰੀਏ, ਯਾਨੀ ਆਪਣੇ ਵਿਚਾਰ ਤੇ ਕਰਮ ਸਤਿਗੁਰ ਦੀ ਸਿੱਖਿਆ ਅਨੁਕੂਲ ਬਣਾਈਏ। ਸਤਿਗੁਰੂ ਸਾਨੂੰ ਆਤਮ ਗਿਆਨ ਬਖਸ਼ਦਾ ਹੈ, ਜਿਸ ਕਰਕੇ ਉਸ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ। ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ, ਪੂਰਨ ਹੋਵੇ ਕਾਲ ਰਹਾਓ। ਇਸ ਸ਼ਬਦ ਵਿੱਚ ਗੁਰੂ ਦੀ ਮਹਿਮਾ ਗਾਵੀ ਗਈ ਹੈ। ਗੁਰੂ ਹੀ ਤੀਰਥ ਹੈ, ਗੁਰੂ ਹੀ ਪਾਰਜਾਤ ਬ੍ਰਿਛ ਹੈ, ਗੁਰੂ ਮੂਲ ਦਾ ਗਿਆਨ ਦੇਣ ਵਾਲਾ ਹੈ। ਗੁਰ ਤੀਰਥ ਗੁਰ ਪਾਰਜਾਤ, ਗੁਰ ਮਨਸਾ ਪਰਨਹਾਰ, ਗੁਰਦਾਤਾ ਹਰ ਨਾਮ ਦੇ, ਉਧਰੇ ਸਭ ਸੰਸਾਰ। ਇਹ ਸਾਰਾ ਸ਼ਬਦ ਗੁਰੂ ਦੀਆਂ ਸਿਫਤਾਂ ਨਾਲ ਭਰਿਆ ਪਿਆ ਹੈ। ਸਤਿਗੁਰ ਦਾ ਸ਼ਬਦ
ਪਰਮੇਸ਼ਰ ਰੂਪ ਹੈ, ਉਸ ਦੀ ਹਮੇਸ਼ਾ ਸੇਵਾ ਭਗਤੀ ਕਰਨੀ ਚਾਹੀਦੀ ਹੈ। ਗੁਰਸ਼ਬਦ ਉਹ ਦਾਤਾ ਹੈ, ਉਸ ਤੋਂ ਬਿਨਾਂ ਸਭ ਮੋਹ ਦਾ ਅੰਧਕਾਰ ਹੈ। ਗੁਰੂ ਕਰਤਾ ਅਤੇ ਕਰਨ ਕਰਾਉਣ ਵਾਲਾ ਹੈ ਅਤੇ ਉਸ ਤੋਂ ਬਾਹਰ ਕੁਝ ਨਹੀਂ ਹੈ। ਉਸ ਦੀ ਸ਼ਰਨ ਵਿੱਚ ਜੋ ਜਗਿਆਸੂ ਆ ਜਾਂਦਾ ਹੈ, ਉਸ ਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਅਤੇ ਇਸ ਸ਼ਬਦ ਤੋਂ ਸਾਨੂੰ ਇਹੀ ਸਿੱਖ ਮਿਲਦੀ ਹੈ ਕਿ ਗੁਰਸ਼ਬਦ ਨਾਲ ਸਾਨੂੰ ਜੁੜਨਾ ਚਾਹੀਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।